अनमोल गगनमान जी डीजे वाली कुड़ी है जी डीजे वाली अनमोल गगनमान जी डीजे वाली कुड़ी है जी डीजे वाली कौन अनमोल गगनमान ਕਿਹੜੀ ਕੁੜੀ ਉਹ ਕੁੜੀ ਡੀਜੇ ਵਾਲੀ ਉਹ ਜਿਹੜੀ ਇੱਕ ਸ਼ਾਇਦ ਸਿੰਗਰ ਆ ਕਿ ਉਹਨਾਂ ਪ੍ਰਤੀ ਇਹਨਾਂ ਦੀ ਇਹੀ ਭਾਵਨਾ ਵਾ ਉਹਨਾਂ ਪ੍ਰਤੀ ਇਹਨਾਂ ਦੇ ਇਹੀ ਸੋਚ ਆ ਕਿ ਉਹ ਲੋਕ ਇਸ ਸਮਾਜ ਦਾ ਹਿੱਸਾ ਨਹੀਂ ਹੈਗੇ ਕਿ ਇਹ ਉਹਨੂੰ ਜਾਣਦੇ ਨਹੀਂ ਤੇ ਫਿਰ ਉਹਦੇ ਪਿਤਾ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਕਿੱਦਾਂ ਜਾਣਦੇ ਹੋਏ ਜਿਨ੍ਹਾਂ ਬਾਰੇ ਬੜਾ ਇਹਨਾਂ ਨੇ ਬੜੇ ਹਿੱਕ ਠੋਕ ਕੇ ਕਿਹਾ ਵੀ ਹਾਂ ਵੀ ਉਹਨਾਂ ਤੇ ਵੀ ਉਹ ਕੇਸ ਚੱਲਣ ਵਾਲੇ ਆ ਉਹਨਾਂ ਦੀਆਂ ਕੁਝ ਫਾਈਲਾਂ ਖੁੱਲ੍ਹ ਗਈਆਂ ਇਹਦਾ ਮਤਲਬ ਇਹ ਚੰਗੀ ਤਰ੍ਹਾਂ ਉਸ ਕੁੜੀ ਨੂੰ ਜਾਣਦੇ ਸੀ ਜੋ ਮਜਬੂਰੀ ਦੀ ਖਾਤਰ ਇਸ ਕਿੱਤੇ ਦੇ ਵਿੱਚ ਆਏ ਉਹ ਭੀਖ ਤਾਂ ਨਹੀਂ ਮੰਗਦੇ ਉਹ ਕਿਸੇ ਨਾਲ ਬੇਈਮਾਨੀ ਤਾਂ ਨਹੀਂ ਕਰਦੇ ਉਹ ਤੁਹਾਡੇ ਵਾਂਗੂ ਧੋਖੇ ਬਾਜ਼ੀਆਂ ਤਾਂ ਨਹੀਂ ਕਰਦੇ ਦਲ ਬਦਲੂ ਤਾਂ ਨਹੀਂ ਬਣਦੇ ਜੇ ਇਹਨਾਂ ਦੀ ਅਸੀਂ ਗੱਲ ਕਰੀਏ ਤੇ ਇਹਨਾਂ ਦਾ ਆਪਣਾ ਵਜੂਦ ਕਿੱਥੇ ਖੜਾ ਵਾ ਇਹਨਾਂ ਦਾ ਆਪਣਾ ਸਟੈਂਡ ਕਿੱਥੇ ਖੜਾ ਗਿੱਧੇ ਵਾਲੀਆਂ ਕੁੜੀਆਂ ਨੇ ਇਹ ਡੀਜੇ ਵਾਲੀਆਂ ਕੁੜੀਆਂ ਜਿਨ੍ਹਾਂ ਨੂੰ ਦੱਸਦੇ ਆ ਇਹਨਾਂ ਨੇ ਸਿੰਗਰਾਂ ਨੇ ਤੁਹਾਨੂੰ ਵੋਟ ਨਹੀਂ ਪਾਈ ਤੁਹਾਡੀ ਸਪੋਰਟ ਨਹੀਂ ਕੀਤੀ ਕਿ ਉਹਨਾਂ ਦੀਆਂ ਵੋਟਾਂ ਤੋਂ ਬਿਨਾਂ ਉਹਨਾਂ ਦੀ ਸਪੋਰਟ ਤੋਂ ਬਿਨਾਂ ਹੀ ਤੁਸੀਂ ਜਿੱਤ ਗਏ ਹਾਂਜੀ ਦੋਸਤੋ मैं तुहाडा अपना सरबजीत सिंह चतरथ सीनियर यूथ आगू हल्का शाहकोट ब्लाक लोइयां खास तो अज तुहाडे रूबरू होण जा रहा कुछ गल्लां सी जो पिछले 2-3 दिन तो तुहाडे नाल सांझियां करन नूं दिल करदा सी कि ਉਹ ਤੁਹਾਡੇ ਨਾਲ ਵੀਰਾਂ ਦੋਸਤਾਂ ਮਿੱਤਰ ਪਿਆਰਿਆਂ ਨਾਲ ਦਿਲ ਦੀਆਂ ਗੱਲਾਂ ਮੈਂ ਸਾਂਝੀਆਂ ਕਰਾਂ ਕਿਉਂਕਿ ਬੜਾ ਕੁਝ ਆਪਣੇ ਸਮਾਜ ਦੇ ਵਿੱਚ ਹੋ ਰਿਹਾ ਬੜਾ ਕੁਝ ਆਪਣੀ ਰਾਜਨੀਤੀ ਦੇ ਵਿੱਚ ਹੋ ਰਿਹਾ ਧਰਮ ਦੇ ਨਾਂ 'ਤੇ ਬੜਾ ਕੁਝ ਹੋ ਰਿਹਾ ਤੇ ਆਓ ਉਹਨਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਪਿਛਲੇ ਦਿਨੀ 2-3 ਦਿਨ ਪਹਿਲਾਂ ਸਾਡੇ ਬਹੁਤ ਸਤਿਕਾਰਯੋਗ ਸੁਖਪਾਲ ਸਿੰਘ ਖਹਿਰਾ ਜੀ MLA ਹਲਕਾ ਭੁਲੱਥ ਜਿਨ੍ਹਾਂ ਨੂੰ ਆਪਾਂ ਸਾਰੇ ਬਾਖੂਬੀ ਜਾਣਦੇ ਹਾਂ ਔਰ ਜਿਨ੍ਹਾਂ ਨੇ ਇੱਕ ਇੰਟਰਵਿਊ ਦੇ ਵਿੱਚ ਬੜੀ ਆਪਣੀ ਨਿਮਰਤਾ ਬੜੀ ਜ਼ਿੰਮੇਵਾਰੀ ਔਰ ਬੜੇ ਆਪਣੇ ਸਿਆਣੇ ਹੋਣ ਦਾ ਸਬੂਤ ਦਿੱਤਾ ਉਹ ਇੰਟਰਵਿਊ ਦੀਆਂ ਕੁਝ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਕੁਝ ਵੀਰਾਂ ਨੇ ਉਹ ਇੰਟਰਵਿਊ ਸੁਣੀ ਵੀ ਹੋਊਗੀ ਤੇ ਕੁਝ ਅਜੇ ਉਹ ਸੁਣਨ ਤੋਂ ਰਹਿ ਗਏ ਹੋਣਗੇ ਤੇ ਆਓ ਉਸ ਇੰਟਰਵਿਊ ਦੀਆਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿ ਜੋ ਉਹਨਾਂ ਨੇ ਇੰਟਰਵਿਊ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਬੀਬਾ ਅਨਮੋਲ ਗਗਨਮਾਨ ਜੋ ਸਹਿ ਪ੍ਰਧਾਨ ਲੱਗੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਉਹਨਾਂ ਦੇ ਬਾਰੇ ਉਹਨਾਂ ਨੇ ਬਹੁਤ ਕੁਝ ਹਾਸੋਹੀਣੀਆਂ ਗੱਲਾਂ ਕਹਿ ਲਓ ਕੁਝ ਬੇਤੁਕੀਆਂ ਗੱਲਾਂ ਕੀਤੀਆਂ ਨੇ ਉਹਨਾਂ 'ਤੇ ਕੁਝ ਟਿੱਪਣੀਆਂ ਇਹੋ ਜਿਹੀਆਂ ਕਰ ਦਿੱਤੀਆਂ ਕਿ ਜੋ ਬਹੁਤ ਨਿੰਦਣਯੋਗ ਆ ਪੂਰਾ ਸਮਾਜ ਮੇਰੇ ਖਿਆਲ 'ਚ ਵੀ ਪੂਰਾ ਸਮਾਜ ਉਹਨਾਂ ਦੀ ਇਸ ਗੱਲ ਦੀ ਨਿੰਦਿਆ ਕਰਦਾ ਹੋਵੇਗਾ ਕਿ ਇੰਟਰਵਿਊ ਦੇ ਵਿੱਚ ਜਿਵੇਂ ਉਹਨਾਂ ਨੇ ਬੀਬਾ ਜੀ ਹੁਣਾਂ ਨੂੰ ਕਿਹਾ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਕਿ ਜਿਵੇਂ ਉਹ ਜਾਣਦੇ ਹੀ ਨਹੀਂ ਮੈਂ ਉਹਨਾਂ ਦੀ ਵਰਡਿੰਗ ਦੱਸਦਾ ਕਿ ਕੌਣ ਅਨਮੋਲ ਗਗਨਮਾਨ ਕਿਹੜੀ ਕੁੜੀ ਉਹ ਕੁੜੀ ਡੀਜੇ ਵਾਲੀ ਉਹ ਜਿਹੜੀ ਇੱਕ ਸ਼ਾਇਦ ਸਿੰਗਰ ਆ ਕੁਝ ਇਹੋ ਜਿਹੀਆਂ ਗੱਲਾਂ ਕਿ ਡੀਜੇ ਵਾਲਿਆਂ ਦੀ ਜਿਹੜੀ ਡੀਜੇ ਆਰਗੇਨਾਈਜੇਸ਼ਨ ਆ ਜਾਂ ਡੀਜੇ ਵਾਲੀਆਂ ਕੁੜੀਆਂ ਜਾਂ ਮੁੰਡੇ ਸਾਰੀ ਆਰਗੇਨਾਈਜੇਸ਼ਨ ਜਿਹਦੇ ਵਿੱਚ ਭੰਗੜੇ ਵਾਲੇ ਮੁੰਡੇ ਵੀ ਆਉਂਦੇ ਆ ਗਿੱਧੇ ਵਾਲੀਆਂ ਕੁੜੀਆਂ ਡਾਂਸਰਾਂ ਆਉਂਦੀਆਂ ਸਾਰੇ ਆਉਂਦੇ ਨੇ ਕਿ ਉਹਨਾਂ ਪ੍ਰਤੀ ਇਹਨਾਂ ਦੀ ਇਹੀ ਭਾਵਨਾ ਵਾ ਉਹਨਾਂ ਪ੍ਰਤੀ ਇਹਨਾਂ ਦੇ ਇਹੀ ਸੋਚ ਆ ਕਿ ਉਹ ਲੋਕ ਇਸ ਸਮਾਜ ਦਾ ਹਿੱਸਾ ਨਹੀਂ ਹੈਗੇ ਕਿਵੇਂ ਇਹਨਾਂ ਨੇ ਇੱਕ ਹਾਸੋਹੀਣੀ ਜੀ ਗੱਲ ਕੀਤੀ ਕਿ ਕਿਹੜੀ ਉਹ ਕੁੜੀ ਡੀਜੇ ਵਾਲੀ ਜਿਵੇਂ ਉਹਨੂੰ ਜਾਣਦੇ ਹੀ ਨਹੀਂ ਹਾਂ ਇੱਥੇ ਇੱਕ ਗੱਲ ਹੋਰ ਜੇ ਵਾਕਿਆ ਹੀ ਇਹ ਉਹਨੂੰ ਜਾਣਦੇ ਨਹੀਂ ਤੇ ਫਿਰ ਉਹਦੇ ਪਿਤਾ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਕਿੱਦਾਂ ਜਾਣਦੇ ਹੋਏ ਜਿਨ੍ਹਾਂ ਬਾਰੇ ਬੜਾ ਇਹਨਾਂ ਨੇ ਬੜੇ ਹਿੱਕ ਠੋਕ ਕੇ ਕਿਹਾ ਵੀ ਹਾਂ ਵੀ ਉਹਨਾਂ 'ਤੇ ਵੀ ਉਹ ਕੇਸ ਚੱਲਣ ਵਾਲੇ ਆ ਉਹਨਾਂ ਦੀਆਂ ਕੁਝ ਫਾਈਲਾਂ ਖੁੱਲ੍ਹ ਗਈਆਂ ਇਹਦਾ ਮਤਲਬ ਇਹ ਚੰਗੀ ਤਰ੍ਹਾਂ ਉਸ ਕੁੜੀ ਨੂੰ ਜਾਣਦੇ ਸੀ ਅਨਮੋਲ ਗਗਨਮਾਨ ਤੇ ਹੁਣ ਮੈਂ ਗੱਲ ਕਰਾਂ ਮੈਂ ਡੀਜੇ ਆਰਗੇਨਾਈਜੇਸ਼ਨ ਦਾ ਮੈਂ ਵੀ ਹਿੱਸਾ ਵਾਂ ਮੈਂ ਪਿਛਲੇ 18-20 ਸਾਲਾਂ ਤੋਂ ਸਟੇਜਾਂ ਕਰ ਰਿਹਾ ਔਰ ਹੁਣ ਮੈਂ 4-5 ਸਾਲ ਤੋਂ ਆਮ ਆਦਮੀ ਪਾਰਟੀ ਦਾ ਵੀ ਹਿੱਸਾ ਬਣਿਆ ਹੋਇਆ ਦੋਨਾਂ ਪਾਸਿਓਂ ਬੜਾ ਦੁੱਖ ਹੁੰਦਾ ਇਸ ਗੱਲ ਦਾ ਕਿ ਜਦੋਂ ਸਾਡੇ ਸਮਾਜ ਨੂੰ ਨਿੰਦਿਆ ਜਾਂਦਾ ਜਦੋਂ ਸਾਡੇ ਇਹੋ ਜਿਹੇ ਲੋਕਾਂ ਨੂੰ ਜੋ ਮਜਬੂਰੀ ਦੀ ਖਾਤਰ ਇਸ ਕਿੱਤੇ ਦੇ ਵਿੱਚ ਆਏ ਉਹ ਭੀਖ ਤਾਂ ਨਹੀਂ ਮੰਗਦੇ ਉਹ ਕਿਸੇ ਨਾਲ ਬੇਈਮਾਨੀ ਤਾਂ ਨਹੀਂ ਕਰਦੇ ਉਹ ਤੁਹਾਡੇ ਵਾਂਗੂ
ਧੋਖੇਬਾਜ਼ੀਆਂ ਤਾਂ ਨਹੀਂ ਕਰਦੇ, ਦਲ ਬਦਲੂ ਤਾਂ ਨਹੀਂ ਬਣਦੇ। ਉਹ ਇੱਕ ਥਾਂ ਟਿਕੇ ਤਾਂ ਹੋਏ ਨਾ, ਆਪਣਾ ਇੱਕ ਕਿੱਤਾ ਤਾਂ ਕਰ ਰਹੇ ਨਾ, ਚਾਹੇ ਉਹ ਸਟੇਜ 'ਤੇ ਰਹਿ ਕੇ ਕਰਦੇ ਹੋਣ, ਚਾਹੇ ਸਟੇਜ ਦੇ ਪਿੱਛੇ ਰਹਿ ਕੇ ਕਰਦੇ ਹੋਣ। ਉਹਨਾਂ ਦਾ ਇੱਕ ਕਿੱਤਾ, ਉਹਨਾਂ ਦਾ ਪਰਿਵਾਰ ਚੱਲਦਾ ਉਸ ਰੋਜੀ ਰੋਟੀ ਦੇ ਨਾਲ, ਉਹਨਾਂ ਦੇ ਬੱਚੇ ਪਲਦੇ ਨੇ, ਉਹਨਾਂ ਦੀਆਂ ਵੀ ਜੋ ਆਸਾਂ ਨੇ, ਖੁਸ਼ੀਆਂ ਨੇ, ਉਹਨਾਂ ਦੀ ਸੋਚ ਉਹ ਪੂਰੀ ਹੁੰਦੀ ਆ। ਅਤੇ ਕੀ ਅਸੀਂ ਉਹਨਾਂ ਦੀ ਜੇ ਅਸੀਂ ਕੋਈ ਸਹਾਇਤਾ ਨਹੀਂ ਕਰ ਸਕਦੇ, ਅਸੀਂ ਉਹਨਾਂ ਦੀ ਕੋਈ ਮਦਦ ਨਹੀਂ ਕਰ ਸਕਦੇ, ਸਭ ਤੋਂ ਵੱਧ ਜੇ ਆਹ ਲੋਕਡਾਊਨ ਦੇ ਵਿੱਚ ਜੋ ਮਹਾਂਮਾਰੀ ਦੇ ਕਾਰਨ, ਕੋਵਿਡ-19 ਦੇ ਕਾਰਨ ਸਭ ਤੋਂ ਵੱਧ ਇਸ ਕਿੱਤੇ ਨੂੰ ਜੋ ਬਹੁਤ ਸਾਰੀਆਂ ਔਕੜਾਂ ਦਾ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇਸ ਕਿੱਤੇ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਘਰ ਨੇ, ਇਹੋ ਜਿਹੇ ਪਰਿਵਾਰ ਨੇ, ਲੜਕੇ ਨੇ, ਲੜਕੀਆਂ ਨੇ ਜੋ ਉਹ ਦਿਨੇ ਕਮਾ ਲੈਂਦੇ ਨੇ, ਉਹੀ ਪਰਿਵਾਰ ਉਹਨਾਂ ਦਾ ਰਾਤ ਨੂੰ ਬੈਠ ਕੇ ਖਾ ਲੈਂਦਾ ਵਾ। ਨਹੀਂ ਤਾਂ ਉਹਨਾਂ ਕੋਲ ਕੋਈ ਸੇਵਿੰਗ ਨਹੀਂ ਗੀ, ਉਹਨਾਂ ਕੋਲ ਕੋਈ ਜਮ੍ਹਾਂ ਪੂੰਜੀ ਨਹੀਂ। ਅਤੇ 3 ਮਹੀਨੇ ਤੇ ਲਗਾਤਾਰ ਇਹ ਲੋਕਡਾਊਨ ਚੱਲਿਆ। ਅਤੇ ਉਸ ਤੋਂ ਬਾਅਦ ਵੀ ਹੁਣ ਹਜੇ ਪਿਛਲੇ ਮਹੀਨੇ ਥੋੜ੍ਹਾ ਜਿਹਾ ਜੋ ਪੈਲਸਾਂ ਦਾ ਕੰਮ ਸ਼ੁਰੂ ਹੋਇਆ, ਜੋ ਵਿਆਹ ਸ਼ਾਦੀਆਂ ਦਾ ਕੰਮ ਸ਼ੁਰੂ ਹੋਇਆ, ਅਤੇ ਹੁਣ ਥੋੜ੍ਹੀ ਜਿਹੀ ਇਹਨਾਂ ਨੂੰ ਆਸ ਹੋਈ ਹੈ, ਥੋੜ੍ਹੀ ਜਿਹੀ ਖੁਸ਼ੀ ਮਿਲੀ ਹੈ, ਥੋੜ੍ਹਾ ਜਿਹਾ ਹੌਸਲਾ ਮਿਲਿਆ। ਅਤੇ ਜਦੋਂ ਇਹੋ ਜਿਹੇ ਜ਼ਿੰਮੇਵਾਰ ਲੋਕ, ਜ਼ਿੰਮੇਵਾਰ ਮੈਂ ਕਹਿ ਦਿੰਦਾ, ਬੜੀ ਇੱਜ਼ਤ ਕਰਦੇ ਸੀ ਅਸੀਂ ਇਹਨਾਂ ਦੀ ਇਸ ਵੀਡੀਓ ਤੋਂ ਪਹਿਲਾਂ, ਕਿ ਬੇਸ਼ੱਕ ਉਹ ਸਾਡੀ ਹੁਣ ਇਸ ਪਾਰਟੀ ਦਾ ਹਿੱਸਾ ਨਹੀਂ। ਵੈਸੇ ਤਾਂ ਉਹਨਾਂ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਕਿ ਜਿਸ ਪਾਰਟੀ ਨੇ ਉਹਨਾਂ ਨੂੰ ਇੰਨਾ ਮਾਣ ਦਿੱਤਾ ਕਿ ਉਹ ਕਾਂਗਰਸ ਦੇ ਵਿੱਚ ਪਹਿਲਾਂ ਸੀ, ਉੱਥੋਂ ਹਰ ਵਾਰ ਉਹ ਸੀਟ ਹਾਰਦੇ ਰਹੇ। ਜਿਵੇਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬੁਲੰਦੀਆਂ ਤੱਕ ਲੈ ਕੇ ਗਈ, ਉਹਨਾਂ ਦੀ ਇੱਕ ਵੱਖਰੀ ਪਹਿਚਾਣ ਬਣਾਈ। ਸਭ ਤੋਂ ਪਹਿਲਾਂ ਉਹ ਹਲਕਾ ਭੁਲੱਥ ਤੋਂ MLA ਦੀ ਚੋਣ ਜਿੱਤੇ। ਉਸ ਤੋਂ ਬਾਅਦ ਇਸ ਤੋਂ ਵੀ ਅੱਗੇ ਜਾ ਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜਿਹੜਾ ਵਿਰੋਧੀ ਧਿਰ ਦਾ ਨੇਤਾ ਬਣਾਇਆ। ਇਸ ਤੋਂ ਵੱਡੀ ਸ਼ਾਇਦ ਹੋਰ ਮੁੱਖ ਮੰਤਰੀ ਤੋਂ ਬਾਅਦ ਜੇ ਵਿਰੋਧੀ ਧਿਰ ਦਾ ਨੇਤਾ ਜਿਹੜਾ ਬਣ ਜਾਂਦਾ ਵਾ, ਉਹਦੀ ਪਦਵੀ ਆਉਂਦੀ ਆ, ਉਹਨਾਂ ਦਾ ਅਹੁਦਾ ਆਉਂਦਾ ਵਾ। ਐਡਾ ਵੱਡਾ ਅਹੁਦਾ ਨਵਾਜਿਆ, ਪਰ ਇਹਨਾਂ ਨੂੰ ਉਹ ਵੀ ਹਜਮ ਨਹੀਂ ਹੋਇਆ, ਕਿਉਂਕਿ ਜੋ ਪਹਿਲਾਂ ਸੁਣਦੇ ਸੀ ਕਿ ਇਹਨਾਂ ਦੀਆਂ ਆਪ ਹੁਦਰੀਆਂ, ਇਹਨਾਂ ਦੀਆਂ ਬੇਤੁਕੀਆਂ ਬਿਆਨਬਾਜ਼ੀਆਂ, ਜਿਨ੍ਹਾਂ ਦਾ ਕਰਕੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਆ। ਪੁਆਇੰਟ ਆਫ ਵਿਊ ਤੋਂ ਇਹ ਬਹੁਤ ਮੁੱਦੇ ਚੁੱਕਦੇ ਆ, ਬਹੁਤ ਗੱਲਾਂ ਕਰਦੇ ਆ, ਜਿਨ੍ਹਾਂ ਦੇ ਵਿੱਚ ਕੁਝ ਪੁਆਇੰਟ ਹੁੰਦੇ ਆ ਜੋ ਮਤਲਬ ਅਸੀਂ ਕਹਿ ਲਈਏ ਕਿ ਸਾਡੇ ਸਮਾਜ ਲਈ, ਸਾਡੇ ਲੋਕਾਂ ਲਈ ਚੰਗੇ ਹੁੰਦੇ ਆ। ਬਹੁਤੇ ਬੇਤੁਕੇ ਪੁਆਇੰਟ ਆਫ ਵਿਊ ਤੋਂ ਇਹ ਗੱਲਾਂ ਕਰਦੇ ਆ। ਅਤੇ ਵੈਸੇ ਵੀ ਜੇ ਇਹਨਾਂ ਦੀ ਅਸੀਂ ਗੱਲ ਕਰੀਏ ਤਾਂ ਇਹਨਾਂ ਦਾ ਆਪਣਾ ਵਜੂਦ ਕਿੱਥੇ ਖੜ੍ਹਾ ਵਾ, ਇਹਨਾਂ ਦਾ ਆਪਣਾ ਸਟੈਂਡ ਕਿੱਥੇ ਖੜ੍ਹਾ? ਕਿਉਂ ਅੱਜ ਵੀ ਇਹ ਹਜੇ ਵੀ ਦੂਜੇ ਲੋਕਾਂ ਵੱਲ ਦੇਖਣ ਡੇ, ਦੂਜੇ ਲੀਡਰਾਂ ਵੱਲ ਦੇਖਣ ਡੇ ਕਿ ਕੋਈ ਨਾ ਕੋਈ ਚੰਗਾ ਲੀਡਰ ਅੱਗੇ ਆਵੇ ਅਤੇ ਮੈਂ ਉਹਨਾਂ ਦੇ ਨਾਲ ਜਾ ਕੇ ਰਲ ਜਾਵਾਂ ਅਤੇ ਮੇਰੀ ਕੋਈ ਨਾ ਕੋਈ ਪਹਿਚਾਣ ਬਣ ਜਾਵੇ। ਤੁਸੀਂ ਆਪ, ਤੁਹਾਨੂੰ ਖੁਦ ਲੋੜ ਆ, ਜਦੋਂ ਤੁਹਾਨੂੰ ਹਲਕਾ ਭੁਲੱਥ ਤੋਂ ਤੁਸੀਂ ਚੋਣ ਜਿੱਤੀ ਆ, ਕੀ ਉਹਨਾਂ ਦੇ ਵਿੱਚ ਭੰਗੜੇ ਵਾਲੇ ਮੁੰਡਿਆਂ ਨੇ, ਗਿੱਧੇ ਵਾਲੀਆਂ ਕੁੜੀਆਂ ਨੇ, ਇਹ DJ ਵਾਲੀਆਂ ਕੁੜੀਆਂ ਜਿਨ੍ਹਾਂ ਨੂੰ ਦੱਸਦੇ ਆ, ਇਹਨਾਂ ਨੇ ਸਿੰਗਰਾਂ ਨੇ ਤੁਹਾਨੂੰ ਵੋਟ ਨਹੀਂ ਪਾਈ, ਤੁਹਾਡੀ ਸਪੋਰਟ ਨਹੀਂ ਕੀਤੀ? ਕਿ ਉਹਨਾਂ ਦੀਆਂ ਵੋਟਾਂ ਤੋਂ ਬਿਨਾਂ, ਉਹਨਾਂ ਦੀ ਸਪੋਰਟ ਤੋਂ ਬਿਨਾਂ ਹੀ ਤੁਸੀਂ ਜਿੱਤ ਗਏ? ਇੰਨਾ ਮਾਣ ਜਿਹੜਾ ਇਹ ਪਰਮਾਤਮਾ ਦੀ ਬਖਸ਼ਿਸ਼ ਹੁੰਦੀ, ਪਰਮਾਤਮਾ ਦੀ ਰਹਿਮਤ ਹੁੰਦੀ ਆ ਕਿ ਤੁਹਾਨੂੰ ਇੰਨਾ ਮਾਣ ਦਿੱਤਾ, ਲੋਕਾਂ ਕੋਲੋਂ ਦਵਾਇਆ। ਆਮ ਲੋਕ ਨੇ ਇਹ, ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਅਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਆਏ ਸੀ, ਅਤੇ ਆਮ ਲੋਕਾਂ ਨੇ ਤੁਹਾਨੂੰ ਵੋਟ ਪਾਈ, ਤਾਂ ਤੁਸੀਂ ਇਸ ਅਹੁਦੇ 'ਤੇ ਪਹੁੰਚੇ। ਅਤੇ ਅੱਜ ਤੁਸੀਂ ਉਸ ਅਹੁਦੇ ਨੂੰ ਜਿਹੜਾ ਤਾਰਹੀਨ ਕੀਤਾ ਵਾ, ਉਸ ਅਹੁਦੇ ਦੀ ਵੀ ਤੁਸੀਂ ਬੇਅਦਬੀ ਕੀਤੀ ਆ। ਵੀ ਇੱਕ MLA ਦਾ ਅਹੁਦਾ ਤੁਸੀਂ 2-2.5 ਲੱਖ ਵੋਟਰਾਂ ਨੂੰ ਤੁਸੀਂ ਉਹਨਾਂ ਦੀ ਲੀਡ ਕਰ ਰਹੇ ਆ, ਅਤੇ ਤੁਸੀਂ ਇੱਕ ਔਰਤ ਦੇ ਖਿਲਾਫ, ਠੀਕ ਆ ਉਹ DJ ਦਾ ਕੰਮ ਕਰਦੇ, ਉਹ ਸਿੰਗਰ ਆ, ਉਹ ਪਰ ਆਪਣੀ ਰੋਜੀ ਰੋਟੀ ਦਾ ਕਮਾਉਂਦੇ ਆ ਨਾ, ਅਤੇ ਤੁਸੀਂ ਇੱਕ ਔਰਤ ਦੇ ਖਿਲਾਫ ਵੀ ਇੱਦਾਂ ਦੀ ਬਿਆਨਬਾਜ਼ੀ ਕਰੋ ਵੀ ਹਾਂ, ਜਿਸ ਦੇ ਬਾਰੇ ਤਾਂ ਤੁਸੀਂ ਕਹਿੰਦੇ ਕਿ ਹਾਂ ਜੀ ਕਿਹੜੀ ਅਨਮੋਲ ਗਗਨ ਮਾਨ, ਉਹ DJ ਵਾਲੀ, ਉਹ ਸਿੰਗਰ ਮੈਂ ਬਹੁਤਾ ਜਾਣਦਾ ਨਹੀਂ ਜੀ। ਅਤੇ ਉਹਦੇ ਪਿਓ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ, ਬੜੇ ਤੁਸੀਂ ਮਤਲਬ ਕਹਿ ਰਹੇ ਹੋ ਕਿ ਉਹ ਹਾਂ ਜੀ ਉਹਦੇ ਪਿਓ ਦੀਆਂ ਫਾਈਲਾਂ ਖੁੱਲ੍ਹਣ ਵਾਲੀਆਂ ਵਾ, ਉਹਨਾਂ ਦੇ ਵਿਰੁੱਧ ਵੀ ਕੁਛ ਕ੍ਰਿਮੀਨਲ ਰਿਕਾਰਡ ਸਾਹਮਣੇ ਆਏ ਆ। ਇਹ ਦੋਹਰੀ ਨੀਤੀ ਨਾ ਅਪਣਾਓ, ਆਪਣੇ ਵਜੂਦ ਦੇ ਨਾਲ ਜੁੜੋ। ਜਿਹਦਾ ਵਜੂਦ ਹੁੰਦਾ ਉਹਨੂੰ ਲੋਕ ਯਾਦ ਰੱਖਦੇ ਆ, ਤੁਸੀਂ ਆਪਣੇ ਵਜੂਦ ਨੂੰ ਗਵਾ ਚੁੱਕੇ ਹੋ ਅਤੇ ਗਵਾ ਰਹੇ ਹੋ। ਜਿਸ ਬੰਦੇ ਦਾ ਕਹਿੰਦੇ ਸਟੈਂਡ ਨਹੀਂ ਹੁੰਦਾ, ਉਸ ਦੇ ਨਾਲ ਲੋਕ ਵੀ ਖੜਨੋਂ ਹਟ ਜਾਂਦੇ ਆ। ਸੋ ਮੈਂ ਸਾਰੀ DJ ਆਰਗੇਨਾਈਜੇਸ਼ਨ, ਮੈਂ ਤੁਹਾਡਾ ਮੈਂਬਰ ਹੋਣ ਦੇ ਨਾਤੇ ਅਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਵਾਂ ਕਿ ਇਸ ਆਵਾਜ਼ ਨੂੰ ਵੱਧ ਤੋਂ ਵੱਧ ਉੱਪਰ ਤੱਕ ਲੈ ਕੇ ਚੱਲੀਏ ਆਪਾਂ, ਤਾਂ ਜੋ ਅੱਗੇ ਤੋਂ ਸਾਡੇ ਖਿਲਾਫ ਕੋਈ ਵੀ ਲੀਡਰ ਜਾਂ ਕੋਈ ਵੀ ਇਹੋ ਜਿਹਾ ਵਿਅਕਤੀ ਜੋ ਜ਼ਿੰਮੇਵਾਰ ਵਿਅਕਤੀ ਆ, ਉਹ ਬੋਲਣ ਤੋਂ ਗੁਰੇਜ਼ ਕਰੇ। ਕਿਉਂਕਿ ਅਸੀਂ ਵੀ ਉਸੇ ਇੱਜ਼ਤ ਦੇ, ਅਸੀਂ ਵੀ ਉਸੇ ਮਦਦ ਦੇ, ਜਾਂ ਅਸੀਂ ਵੀ ਉਸੇ ਪਿਆਰ ਦੇ ਭੁੱਖੇ ਹਾਂ ਜਿਹੜਾ ਪਿਆਰ ਸਮਾਜ ਦੇ ਵਿੱਚ ਬਾਕੀ ਲੋਕਾਂ ਨੂੰ ਮਿਲਦਾ, ਬਾਕੀ ਆਮ ਲੋਕਾਂ ਨੂੰ ਮਿਲਦਾ।
ਸਾਨੂੰ ਵੀ ਜੀਣ ਲਈ ਉਹੀ 3 ਚੀਜ਼ਾਂ ਚਾਹੀਦੀਆਂ, ਰੋਜੀ ਰੋਟੀ ਕੱਪੜਾ ਮਕਾਨ। ਇਹੀ ਚੀਜ਼ਾਂ ਦੀ ਸਾਨੂੰ ਵੀ ਲੋੜ ਆ ਤੇ ਉਹਦੇ ਲਈ ਅਸੀਂ ਮਿਹਨਤ ਕਰਦੇ ਹਾਂ। ਸੋ ਮੈਂ ਸੀਨੀਅਰ ਯੂਥ ਆਗੂ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਵੱਲੋਂ, ਪੂਰੀ ਪਾਰਟੀ ਵੱਲੋਂ, ਹਲਕਾ ਸ਼ਾਹਕੋਟ ਦੇ ਸਾਰੇ ਵਲੰਟੀਅਰਾਂ ਵੱਲੋਂ ਮੈਂ ਇਸ ਗੱਲ ਦੀ ਪੁਰਜ਼ੋਰ ਨਿੰਦਿਆ ਕਰਦਾ ਹਾਂ ਤੇ ਮੈਂ ਅਪੀਲ ਕਰਦਾ ਹਾਂ ਕਿ ਖਹਿਰਾ ਸਾਹਿਬ ਨੂੰ ਬੀਬਾ ਅਨਮੋਲ ਗਗਨ ਮਾਨ ਤੋਂ ਮਾफ़ੀ ਮੰਗਣੀ ਚਾਹੀਦੀ ਆ ਤੇ ਅੱਗੇ ਤੋਂ ਉਹਨਾਂ ਨੂੰ 100 ਵਾਰ ਸੋਚਣਾ ਚਾਹੀਦਾ ਕਿ ਉਹ ਕਿਸ ਔਰਤ ਦੇ ਖਿਲਾਫ ਕਿਹੋ ਜਿਹੀ ਸ਼ਬਦਾਵਲੀ ਵਰਤਣੀ ਆ। ਇਹ ਉਹਨਾਂ ਨੂੰ ਜ਼ਰੂਰ ਸੋਚ ਕੇ ਬੋਲਣਾ ਚਾਹੀਦਾ ਵਾ। ਠੀਕ ਆ, ਉਹਨਾਂ ਦਾ ਬੜਾ ਇੱਜ਼ਤ ਆ, ਬੜਾ ਸਤਿਕਾਰ ਹੈ, ਪਰ ਇਹ ਇੱਜ਼ਤ ਤੁਹਾਡੇ ਆਪਣੇ ਹੱਥ ਹੁੰਦੀ ਆ, ਤੁਹਾਡੀ ਆਪਣੀ ਜ਼ੁਬਾਨ 'ਤੇ ਹੁੰਦੀ ਆ ਕਿ ਉਸੇ ਜ਼ੁਬਾਨ ਦੇ ਨਾਲ ਤੁਸੀਂ 1000 ਲੋਕਾਂ ਨੂੰ, ਲੱਖ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦੇ ਆ। ਉਸੇ ਜ਼ੁਬਾਨ ਦੇ ਨਾਲ ਤੁਸੀਂ ਆਪਣੇ ਨਾਲੋਂ ਕਿੰਨੇ ਹਜ਼ਾਰ, ਕਿੰਨੇ ਲੱਖਾਂ ਲੋਕਾਂ ਨੂੰ ਦੂਰ ਕਰ ਲੈਂਦੇ ਹੋ। ਅੱਜ ਉਹੀ ਤੁਹਾਡੀ ਜ਼ੁਬਾਨ ਦਾ ਜਵਾਬ ਸਾਨੂੰ ਇਸ ਤਰੀਕੇ ਨਾਲ ਆਪਣੀ ਜ਼ੁਬਾਨ ਦੇ ਵਿੱਚ ਦੇਣਾ ਪਿਆ ਤੇ ਅਸੀਂ ਆਸ ਕਰਦੇ ਹਾਂ, ਪੂਰੀ ਆਰਗੇਨਾਈਜੇਸ਼ਨ, ਸਾਡੀ ਡੀਜੇ ਆਰਗੇਨਾਈਜੇਸ਼ਨ ਪੂਰੀ ਆਸ ਕਰਦੀ ਆ ਕਿ ਅੱਗੇ ਤੋਂ ਕੋਈ ਵੀ ਲੀਡਰ, ਕੋਈ ਵੀ ਮੰਤਰੀ, ਕੋਈ ਵੀ ਸੰਤਰੀ, ਕੋਈ ਵੀ ਅਧਿਕਾਰੀ ਤੇ ਕੋਈ ਵੀ ਸਮਾਜ ਦੇ ਵਿੱਚ ਰਹਿੰਦਾ ਉਹ ਸਾਡੇ ਪ੍ਰਤੀ ਇਹੋ ਜਿਹੀ ਸੋਚ, ਸਾਡੇ ਪ੍ਰਤੀ ਇਹੋ ਜਿਹਾ ਰਵੱਈਆ ਨਾ ਰੱਖੇ। ਅਸੀਂ ਆਪਣੀ ਮਜਬੂਰੀ ਨੂੰ, ਆਪਣੇ ਬੱਚਿਆਂ ਦੇ, ਆਪਣੇ ਪਰਿਵਾਰ ਦੇ ਢਿੱਡ ਪਾਲਣ ਲਈ ਇਹ ਕਦਮ ਚੁੱਕੇ ਆ। ਸੋ ਬਹੁਤ ਬਹੁਤ ਧੰਨਵਾਦ। ਇਸ ਆਵਾਜ਼ ਨੂੰ ਆਪਾਂ ਅੱਗੇ ਹੋਰ ਵੀ ਲੈ ਕੇ ਜਾਣਾ ਵਾ। ਸਭ ਸਾਥੀਆਂ ਨੂੰ, ਸਭ ਵੀਰਾਂ ਨੂੰ, ਦੋਸਤਾਂ ਨੂੰ ਮੇਰੀ ਅਪੀਲ ਆ।